women are often measured by the inches around her waist or her height, by the success of a relationship or the failure of a relationship. Here we have with us today Raj Lali Gill, the chairperson of Punjab State Women's Commission, an iconoclast in her own right. This is Ruchika M. Khanna, and I'm joined by my senior colleague, Mr. Rajmeet Singh, as we talk to her about the changing role and status of women. You're watching the latest episode of Decode Punjab from the stables of the Tribune. So, ma'am, we'd like to begin this conversation by asking you about the status of women in Punjab. You know, you've been in this role. What is the status of women in Punjab? How do you perceive that? In Punjab, I feel historically, if we see, the role of women, it's been very respectful, very relevant in the society. ਜਦੋਂ ਤੋਂ freedom fighting ਤੋਂ ਵੀ ਸ਼ੁਰੂ ਅਗਰ ਆਪਾਂ ਕਰਦੇ ਹਾਂ, ਸਾਡੀਆਂ ਬੜੀਆਂ ਲੇਡੀਜ਼ ਹੈਗੀਆਂ ਨੇ ਜਿਹੜੀਆਂ ਕਿ freedom fight ਉਸ ਦੇ ਟਾਈਮ ਦੇ ਉੱਤੇ ਉਹਨਾਂ ਨੇ ਰੋਲ ਕੀਤਾ। ਰਾਜਕੁਮਾਰੀ ਅੰਮ੍ਰਿਤ ਕੌਰ ਹੈ, ਦਲੀਪ ਕੌਰ ਹੈ, ਹਰੀ ਦੇਵੀ ਹੈ, there so many of them। ਤੇ ਇਹ ਜਿਹੜੀਆਂ ਸਾਰੀਆਂ ਲੇਡੀਜ਼ ਸੀ, ਇਹਨਾਂ ਨੇ ਉਦੋਂ ਤੋਂ ਰੋਲ ਪਲੇ ਕੀਤਾ ਹੋਇਆ ਔਰ ਬਹੁਤ ਰਿਸਪੈਕਟੇਬਲ ਲੇਡੀਜ਼ ਸੀਗੀਆਂ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਅਗਰ ਦੇਖਿਆ ਜਾਵੇ, ਉਸ ਟਾਈਮ ਵੀ ਲੇਡੀਜ਼ ਦੇ ਲਈ ਬਹੁਤ ਹੀ ਰਿਸਪੈਕਟਫੁਲ ਜਿਹੜੀ ਹੈ ਉਹ ਲੋਕੀ ਉਹਨਾਂ ਨੂੰ ਇੱਜ਼ਤ ਨਾਲ ਦੇਖਦੇ ਹੁੰਦੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਤੇ ਸਕੂਲ ਵੀ ਸ਼ੁਰੂ ਕੀਤੇ ਸੀਗੇ, ਸੈਪਰੇਟ ਸਕੂਲ ਫॉर ਗਰਲਸ, ਕਿ ਸੇਫਟੀ, ਸਿਕਿਉਰਿਟੀ ਐਂਡ देयर ਪੋਜੀਸ਼ਨ ਇਨ ਦਾ ਸੋਸਾਇਟੀ। ਪਰ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਹਾਂਜੀ ਕੀ ਵਿਮਨ ਦੇ ਰੋਲ 'ਚ ਕੀ ਚੇਂਜਸ ਤੁਸੀਂ ਦੇਖੀਆਂ ਨੇ? ਮੈਂ ਉਹੀ ਦੱਸ ਰਹੀ ਹਾਂ ਤੁਹਾਨੂੰ ਕਿ ਜੇ ਅਸੀਂ ਹੁਣ ਦੀ ਗੱਲ ਦੇਖੀ ਜਾਵੇ ਤੇ ਸਾਡੇ ਪੰਜਾਬ ਦੇ ਅੰਦਰ ਮੈਕਸਿਮਮ ਲੇਡੀਜ਼ ਜਿਹੜੀਆਂ ਨੇ, ਮੈਂ ਹੁਣੇ ਦੇਖ ਰਹੀ ਸੀ, ਮੈਕਸਿਮਮ ਡੀਸੀਜ਼ ਆਰ ਦ ਲੇਡੀਜ਼, ਮੈਕਸਿਮਮ ਐਸਐਸਪੀਜ਼ ਆਰ ਦ ਲੇਡੀਜ਼। ਸੋ ਇਟ ਸ਼ੋਜ਼ ਦ ਕਾਈਂਡ ਆਫ progress ladies have made in the society ਤੇ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਕਿੰਨੀ ਸਟਰੋਂਗ ਹੋਈ ਹੈ ਸੋਸਾਇਟੀ ਦੇ ਅੰਦਰ। But एक कुछ percentage of women हैगी मैम, Punjab is a very patriarchal society, है ना? It's a very male dominated society. ਤਾਂ ਉਹਦੇ ਵਿੱਚ since you've been on this assignment for almost 6 months, I believe. No, it's 3 months. It's 3 months. So you've been on this assignment for about 3 months. So what are the changes you have you seen that there's been any drastic change? ਕੋਈ ਵਿਮਨ ਦੀ ਅਪਲਿਫਟਮੈਂਟ ਹੋਈ ਜਾਂ ਪਿੰਡਾਂ 'ਚ ਜਿਹੜੀ ਆਮ ਔਰਤਾਂ ਨੇ ਉਹੀ ਸਫਰਿੰਗ ਉਹਨਾਂ ਦੀ ਚੱਲ ਰਹੀ ਹੈ ਕਿ ਕੋਈ ਅਪਲਿਫਟਮੈਂਟ ਹੋਈ ਹੈ? ਤਾਂ ਹੀ ਤੇ ਇੰਨਾ ਜ਼ਿਆਦਾ ਇੰਨਾ ਸੋਸਾਇਟੀ ਦੇ ਅੰਦਰ ਉਹਨਾਂ ਦਾ ਹਾਈ ਸਟੇਟਸ ਹੈ ਇਸ ਟਾਈਮ। ਪਿੰਡਾਂ ਦੀ ਅਗਰ ਗੱਲ ਕਰਦੇ ਤਾਂ ਪਿੰਡਾਂ ਦੇ ਜਿਹੜੇ ਪੰਚਾਇਤਸ ਨੇ ਉਹਨਾਂ ਦੇ ਵਿੱਚ ਵੀ 50% ਵਿਮਨ ਪਾਰਟਿਸਿਪੇਸ਼ਨ ਹੈਗੀ ਹੈ। ਠੀਕ ਹੈ, ਬਹੁਤ ਅਵੇਅਰਨੈਸ ਹੈਗੀ ਆ। ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਹੈਗੀ ਆ ਕਿ ਅਰਬਨ ਏਰੀਆ ਦੇ ਅੰਦਰ ਵਿਮਨ ਆਰ ਵੈਰੀ ਅਵੇਅਰ ਆਫ ਦੇਅਰ ਰਾਈਟਸ, ਦੇ ਆਰ ਵੈਰੀ ਅਵੇਅਰ ਆਫ ਐਵਰੀਥਿੰਗ, ਬਟ ਇਨ ਦ ਰੂਰਲ ਏਰੀਆਜ਼ ਜਿਹੜੇ ਹੈਗੇ ਨੇ ਉੱਥੇ ਮੁਸ਼ਕਿਲ ਆਉਂਦੀ ਹੈ। ਜਦੋਂ ਵਿਮਨ ਨੂੰ ਉਹਨਾਂ ਦੇ ਜੇ ਰਾਈਟਸ ਦਾ ਥੋੜ੍ਹਾ ਪਤਾ ਵੀ ਹੈਗੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਦੇ ਲਈ ਅਸੀਂ ਇਹਨਾਂ ਨੂੰ ਯੂਟੀਲਾਈਜ਼ ਕਿਵੇਂ ਕਰਨਾ, ਜੇ ਕੋਈ ਪ੍ਰੋਬਲਮ ਆਉਂਦੀ ਹੈ ਅਪਰੋਚ ਕਿਹਨੂੰ ਕਰਨਾ ਜਾ ਕੇ। ਪ੍ਰੋਬਲਮ ਇਸ ਹੈ। ਮੈਮ, ਹਾਊ ਡਿਡ ਦਿਸ ਅਸਾਈਨਮੈਂਟ ਚੇਅਰਪਰਸਨ ਕਮ ਅਬਾਊਟ? See, I have joined. I really want to know. Okay, I joined the party in 2013. ਐਂਡ ਉਦੋਂ ਤੋਂ ਜਦੋਂ ਸ਼ੁਰੂ ਕੀਤਾ ਸੀ ਤਾਂ ਗਰਾਊਂਡ ਲੈਵਲ ਦੇ ਉੱਤੇ ਦਰੀਆਂ ਵਿਛਾਉਂਦੇ ਹੁੰਦੇ ਸੀ, ਬਹਿੰਦੇ ਸੀ, ਧਰਨੇ ਲਗਾਉਂਦੇ ਸੀਗੇ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਅਸਾਈਨਮੈਂਟ ਦਿੱਤੀ ਐਜ਼ ਅ ਸਪੋਕਸਪਰਸਨ ਫॉर द ਪਾਰਟੀ। ਦੈਨ ਦੇ ਗੇਵ ਮੀ ਅਸਾਈਨ ਦਾ ਜ਼ੋਨ ਇੰਚਾਰਜ ਬਣਾਇਆ। ਉਸ ਤੋਂ ਬਾਅਦ ਵਿਮਨ ਵਿੰਗ ਦਾ ਪ੍ਰੈਜ਼ੀਡੈਂਟ ਬਣਾਇਆ ਐਂਡ ਆਫਟਰ ਦੈਟ ਦੇ ਹੈਵ ਗਿਵਨ ਮੀ ਦਿਸ ਅਸਾਈਨਮੈਂਟ। ਹਾਂਜੀ, ਸੋ ਇਹ ਜਿਹੜੀ ਪਾਰਟੀ ਹੈਗੀ ਆਮ ਆਦਮੀ ਪਾਰਟੀ, ਇਨ ਟਰਮਸ ਆਫ ਵਿਮਨ ਪਾਰਟਿਸਿਪੇਸ਼ਨ ਇਨ ਪੋਲਿਟਿਕਸ, is it different from the other traditional parties? I can only tell you this, because we had the largest number of women MLAs getting elected this time. MLAs also, and in the administration also, lots of women in that, and the respect of the women is totally kept. First point is always this: the woman should be respected when she comes, and the chairs are given. The due respect for them is always there, and the party is definitely different from the others. Ma'am, you have completed 3 months, as you told. What have been your achievements so far? See, achievement in 3 months, I can say is that I've been working for the upliftment of a lot of things. Like I visited jails, and I saw that the living conditions of the women over there, they're not very healthy. In one cell, if there has to be just 4 to 5 inmates, there are about 10 to 15 inmates in that cell. Okay. So I made it a point. I wrote to CM Saab also, I wrote to the jailers, I wrote to the DGP also about this, and we shifted lot of inmates from this Anandpur Sahib when I had gone to, Ropar I had gone to, from Ropar jail to Naba jail, because Naba jail was a little big and the women were shifted over there. So I'm just working on the jail at the moment, the inmates, their problems over there, legally what help we can give them over there, and then definitely for
awareness programs for the rural areas also. What are the core issues of women, you have identified in jails? In the jails? Yes. Okay. In the jails is the under trial. The trial period is very long. Very, very long. 2 years, 3 years, 4 years. So once if they are not proven guilty at that time, I always ask a question, what happens the 3 years which she has lost of life, loss of opportunities, what do we do for that? But I think there are no certain answers for that. Ma'am, a lot of women under trials are also there with the young infant children. So have you initiated any program for the welfare of those children? Because I'm sure you would have encountered a lot of children in the jails. I did come across women, not very much, but few women who have given birth also in the jail. And there are certain women who are with the small children, like 1 ਸਾਲ ਦੀ ਹੈ, 2 ਸਾਲ ਦਾ, 3 ਸਾਲ ਦਾ ਬੱਚਾ ਹੈ, ਤੇ ਪਰ ਉਹਦੇ ਲਈ ਪ੍ਰੋਗਰਾਮਸ ਆਲਰੇਡੀ ਜੇਲ੍ਹ 'ਚ ਹੈਗੇ ਨੇ, ਵੈਲਫੇਅਰ ਸੈਂਟਰਸ ਹੈਗੇ ਨੇ, ਜਿੱਥੇ ਕਿ ਬਾਹਰੋਂ NGOs ਵਗੈਰਾ ਆਉਂਦੇ ਨੇ, ਉਹ ਪੜ੍ਹਾਉਂਦੇ ਵੀ ਆ ਬੱਚਿਆਂ ਨੂੰ, ਖੇਲਣ ਦੇ ਵਿੱਚ ਵੀ ਹੈਗੇ ਨੇ, that is there. Medical facilities also. What about the nutrition? ਖਾਣ ਪੀਣ ਦਾ ਮੈਨੂੰ ਯਾਦ ਹੈ ਜਦੋਂ ਤੁਸੀਂ ਗਏ ਸੀਗੇ ਤਾਂ ਤੁਸੀਂ ਇਹ ਇਸ਼ੂ ਰੇਜ਼ ਕੀਤਾ ਸੀਗਾ ਵੀ ਉੱਥੇ ਬੱਚਿਆਂ ਨੂੰ ਨਿਊਟ੍ਰੀਸ਼ੀਅਸ ਖਾਣਾ ਨਹੀਂ ਮਿਲਦਾ। ਮੇਰੇ ਖਿਆਲ ਤੁਹਾਡੇ ਕਹਿਣ ਤੇ ਸ਼ਾਇਦ ਉਹਨਾਂ ਨੇ ਕੁਝ ਸ਼ੁਰੂ ਵੀ ਕੀਤਾ। ਨਹੀਂ, ਉੱਥੇ ਕੀ ਸੀਗਾ, ਜਿੱਥੇ ਮੈਂ ਇੱਕ ਜਗ੍ਹਾ ਤੇ ਰੋਪੜ ਜੇਲ੍ਹ ਦੀ ਗੱਲ ਹੈਗੀ ਸੀਗੀ ਕਿ ਉੱਥੇ ਜਿਹੜੇ ਹੈਗੇ ਨੇ ਡਾਇਪਰਸ ਘੱਟ ਨੇ ਬੱਚਿਆਂ ਦੇ ਲਈ, ਤੇ ਉਹਨਾਂ ਦੇ ਬਿਸਕਿਟਸ ਜਾਂ ਛੋਟੇ ਛੋਟੇ ਸਨੈਕਸ ਥਰੂ ਦ ਡੇ, ਮੇਬੀ ਦੈਟ ਵਾਜ਼ ਦ ਡੇ, ਮੇਬੀ ਕਿ ਉਸ ਦਿਨ ਸ਼ਾਇਦ ਹੈ ਨਹੀਂ ਸੀਗਾ ਉਹਨਾਂ ਦੇ, ਪਰ ਨਾਰਮਲੀ ਵੈਨ ਆਈ ਸੌ ਦ ਮੈਨਿਊ ਐਂਡ ਆਈ ਸੌ ਦ ਡਿਲੀਵਰੀ ਆਲਸੋ ਕਿ ਕਿੰਨਾ ਕੁ ਹੈਗਾ, ਦੈਟ ਵਾਜ਼ ਇਨ ਪਲੇਸ। Khana was okay, all that was fine, but only thing is the living condition, I did not like it, and it was really very pathetic. You mentioned earlier that live-in relationships are getting very common. ये सिर्फ urban phenomena हैगा मैडम कि rural areas भी हैगा? This is a very sore point with me because live-in relationship ਜਿਹੜਾ ਹੈਗਾ ਨਾ, ਇਹ ਦਿਮਕ ਦੀ ਤਰ੍ਹਾਂ ਹੈ ਸਾਡੀ ਸੋਸਾਇਟੀ ਦੇ ਅੰਦਰ ਇਸ ਟਾਈਮ ਦੇ ਉੱਤੇ, ਕਿਉਂਕਿ ਹੁੰਦਾ ਕਿ ਇਹਦੇ ਕੋਲ 2-3 ਕੈਟਾਗਰੀਜ਼ ਆਉਂਦੀਆਂ ਨੇ। ਇੱਕ ਹੈਗੀਆਂ ਨੇ ਕਿ ਯੰਗ ਗਰਲਸ ਅਵੇ ਫਰਮ ਹੋਮ, ਉਹ ਬਾਹਰ ਆਉਂਦੀਆਂ ਨੇ ਅਰਬਨ ਸਿਟੀਜ਼ ਦੇ ਅੰਦਰ, ਜਾਂ ਕੰਮ ਕਰਨ ਆਉਂਦੀਆਂ ਜਾਂ ਪੜ੍ਹਨ ਆਉਂਦੀਆਂ ਨੇ। ਹੇਅਰ ਦੇ ਮੀਟ ਦੇਅਰ ਪਾਰਟਨਰਸ, ਜੋ ਵੀ ਉਹਨਾਂ ਦੇ ਚਾਹੇ ਸੋਸ਼ਲ ਪਲੇਟਫਾਰਮ ਤੋਂ ਚੱਕੇ ਹੋਣ ਜਾਂ ਉਹਨਾਂ ਦੇ ਨਾਲ ਕੰਮ ਕਰਦੇ ਹੋਣ, ਸੋ ਦੇ ਸਟਾਰਟ ਲਿਵਿੰਗ ਦੇਅਰ। 2-3 ਸਾਲ ਰਹਿਣ ਤੋਂ ਬਾਅਦ ਉਹ ਹੋ ਜਾਂਦਾ ਹੈ ਕਿ ਹੁਣ ਅਸੀਂ ਕੀ ਕਰੀਏ, ਦ ਬॉय ਸੇਜ਼ ਆਈ ਡੋਂਟ ਲਾਈਕ ਯੂ ਐਨੀ ਮੋਰ, ਉਹ ਭੱਜ ਜਾਂਦਾ ਹੈ। ਦੈਨ ਦ ਗਰਲਸ ਕਮ ਟੂ ਕਮਿਸ਼ਨ ਕਿ ਦੇਖੋ ਜੀ, ਜਾਂ ਤਾਂ ਇਹਨਾਂ ਦੇ ਉੱਤੇ ਰੇਪ ਦਾ ਪਰਚਾ ਕਰੋ ਜਾਂ ਇਹਨਾਂ ਨੂੰ ਅਰੈਸਟ ਕਰਾਓ। ਪਰ ਉਹਦੇ ਲੀਗਲ ਰਾਈਟ ਹੈ ਕੀ ਮੈਮ? ਜਿਹੜੇ ਇਸ ਤਰ੍ਹਾਂ ਲਿਵ ਇਨ ਰਿਲੇਸ਼ਨਸ਼ਿਪਸ ਪਾਰਟਨਰਸ ਹੁੰਦੇ ਨੇ ਜਿਨ੍ਹਾਂ ਨੂੰ ਅਬੰਡਨ ਕਰਤਾ ਜਾਂਦਾ ਹੈ, ਉਹਨਾਂ ਦੇ ਲੀਗਲ ਰਾਈਟਸ ਕੀ ਨੇ? ਦੇਖੋ, ਲੀਗਲ ਰਾਈਟਸ ਐਸ ਫਾਰ ਐਜ਼ ਦ ਲਿਵ ਇਨ ਰਿਲੇਸ਼ਨਸ਼ਿਪ ਇਜ਼ ਕੰਸਰਨਡ, ਵੈਰੀ ਓਪਨ ਸਬਜੈਕਟ। ਓਕੇ, ਦੇयर ਇਜ਼ ਨੋ ਕਲੈਰਿਟੀ ਔਨ ਦੈਟ। ਹੁਣ ਹੁੰਦਾ ਕਿ ਜਾਂ ਤਾਂ ਅਸੀਂ ਰੇਪ ਦਾ ਪਰਚਾ ਕਿਸ ਆਧਾਰ ਤੇ ਕਰਾ ਲਈਏ, ਯੂ ਬੋਥ ਆਰ ਐਡਲਟਸ, ਕੰਸੈਂਸਸ ਸੀਗੀ ਤੁਹਾਡੇ ਦੋਵਾਂ ਦੇ ਅੰਦਰ, ਉੱਥੇ ਕੋਈ ਪਰਚਾ ਨਹੀਂ ਬਣਦਾ। ਜੇ ਅਸੀਂ ਲੜਕੇ ਨੂੰ ਬੁਲਾਉਂਦੇ ਹਾਂ, ਉਹ 1000 ਗੱਲਾਂ ਕਰ ਦਿੰਦਾ ਕਿ ਮੈਨੂੰ ਆਈ ਡੋਂਟ ਲਾਈਕ ਦਿਸ, ਵਿਆਹ ਤੋਂ ਬਾਅਦ ਵੀ ਤਾਂ ਪ੍ਰੋਬਲਮ ਹੋਏਗੀ, ਉਦੋਂ ਬਾਅਦ ਵੀ ਤਾਂ ਮੈਂ ਛੱਡਾਂਗਾ। I cannot do that. ਤੇ ਉਹਦੇ ਕੋਈ ਲੀਗਲ ਰਾਈਟ ਨਹੀਂ ਹੁੰਦਾ? ਲੀਗਲ ਰਾਈਟ ਮੈਨੂੰ ਨਹੀਂ ਲੱਗਦਾ ਕਿ ਇਹਦੇ ਅੰਦਰ ਕੁਝ ਵੀ ਹੈਗਾ ਇਸ ਟਾਈਮ ਦੇ ਉੱਤੇ, but yes, if the child is born out of this living relationship, the child will have all the rights in the property of the father. Okay, okay. So ਤੁਸੀਂ ਦੱਸ ਰਹੇ ਸੀ ਵੀ ਬਹੁਤ ਸਾਰੇ ਇਹੋ ਜਿਹੇ ਇਸ਼ੂਜ਼ ਵੀ ਨੇ ਜਿੱਥੇ the husband has a live-in partner but he refuses to divorce the wife. Yes. Then ਉਸ ਕੇਸਿਸ ਵਿੱਚ ਤੁਸੀਂ ਕਮਿਸ਼ਨ ਕਿਵੇਂ ਇੰਟਰਵੀਨ ਕਰਦਾ ਹੈ ਤੇ ਤੁਸੀਂ ਕੀ ਕਰ ਸਕਦੇ ਹੋ ਉਹਨਾਂ ਵਾਸਤੇ? ਬਹੁਤ ਕੇਸਿਸ ਇਹੋ ਜਿਹੇ ਨੇ ਕਿ ਜਿਹੜੇ ਕਿ ਮੈਰਿਡ ਮੈਨ ਵਿਦ 2-3 ਚਿਲਡਰਨ, ਦੇ ਲੀਵ ਦਾ ਵਾਈਫ ਐਟ ਹੋਮ, ਤੇ ਬਾਅਦ ਦੇ ਵਿੱਚ ਆਪਣੇ ਇੱਕ ਲਿਵ ਇਨ ਰਿਲੇਸ਼ਨਸ਼ਿਪ ਬਾਹਰ ਕਰ ਲਿਆ ਉਹਨਾਂ ਨੇ, ਤੇ ਉਸ ਤੋਂ ਬਾਅਦ ਵਾਈਫ ਸਾਡੇ ਕੋਲ ਆਉਂਦੀ ਹੈ ਕਿ ਮੇਰੇ 2-3 ਬੱਚੇ ਹੈਗੇ ਨੇ ਐਂਡ ਦੇ ਆਰ ਲਿਵਿੰਗ ਫਾਦਰਲੈਸ, ਮੇਰੇ ਕੋਲ ਉਹਨੇ ਪੂਰੇ ਪੈਸੇ ਨਹੀਂ ਹੋ ਰਹੇ ਘਰ ਦੇ ਅੰਦਰ। ਵੀ ਕਾਲ ਬੋਥ ਦ ਪਾਰਟੀਜ਼, ਵੀ ਕਾਲ ਦ ਹਸਬੈਂਡ, ਵੀ ਡੂ ਦ ਕਾਉਂਸਲਿੰਗ that this is not good, but the husband is very adamant, he says ਕਿ ਨਹੀਂ ਜੀ ਮੈਂ ਇਹਦੇ ਨਾਲ ਮੇਰੀ ਨਹੀਂ ਬਣ ਸਕਦੀ ਹੈ, ਤੇ ਅਸੀਂ ਉਹਨੂੰ ਕਹਿੰਦੇ ਤੁਸੀਂ ਡਿਵੋਰਸ ਦੇ ਦਿਓ, ਫਿਰ ਡਿਵੋਰਸ ਦੇ ਦਿਓ so that the woman she gets a house, she gets the maintenance, she gets the money to look after the children, ਪਰ ਉਹ ਦੇਣਾ ਨਹੀਂ ਚਾਹੁੰਦੇ। ਪਰ ਡਿਵੋਰਸ ਲੈਣ 'ਚ ਵੀ ਮੈਮ ਕਈ ਸਾਲ ਲੱਗ ਜਾਂਦੇ ਨੇ, ਤੇ ਉਸ ਦੌਰਾਨ ਉਹ ਲੇਡੀ ਕਿੱਥੇ ਜਾਂਦੀ ਆ? ਕੋਈ ਤੁਹਾਡੀ ਲੇਡੀ ਘਰੇ ਹੈ, ਬੱਚੇ ਵੀ ਹੈਗੇ ਨੇ, ਉਹ ਪੈਸੇ ਵੀ ਦੇ ਦਿੰਦਾ ਥੋੜੇ ਬਹੁਤੇ ਉਹਨਾਂ ਨੂੰ ਕਰਨ ਦੇ ਲਈ, ਬਟ ਦ ਪੁਆਇੰਟ ਇਜ਼ ਚਿਲਡਰਨ ਆਰ ਟੋਟਲੀ, ਸੋਸਾਇਟੀ ਦੇ ਵਿੱਚ ਕੀ ਮੈਸੇਜ ਜਾਂਦਾ? ਉਹ ਕਹਿੰਦੇ ਸਾਡੇ ਬੱਚੇ ਜਦੋਂ ਸਕੂਲ ਜਾਂਦੇ ਨੇ ਜਾਂ ਆਂਢ ਗੁਆਂਢ ਜਿਹੜਾ ਵੀ ਉਹਨਾਂ ਦੇ ਗਲੀ ਮੁਹੱਲੇ ਦੇ ਲੋਕ ਹੁੰਦੇ ਨੇ, ਸੋਸ਼ਲ ਸਟਿਗਮਾ ਆ। ਇਹ ਰੂਰਲ ਏਰੀਆਸ ਬਹੁਤ ਮੈਂ ਪਹਿਲਾਂ ਇਹੀ ਸੋਚਦੀ ਹੁੰਦੀ ਸੀ ਕਿ ਸ਼ਾਇਦ ਜਿਹੜੀ ਹੈ ਇਹ ਪ੍ਰੋਬਲਮ ਇੱਕ ਆਪਾਂ ਛੋਟੇ ਵਰਗ ਦੇ ਵਿੱਚ ਹੀ ਸ਼ਾਇਦ ਗਿਣੀ ਜਾਂਦੀ ਹੈ, ਹਾਈਐਸਟ ਆਫ ਦ ਸੋਸਾਇਟੀ lot of problem of this, of the live-in relationships like that. ਗਰਲਸ ਆਉਂਦੀਆਂ ਨੇ, ਉਹਨਾਂ ਦੇ ਪੇਰੈਂਟਸ ਬਾਅਦ 'ਚ ਰੋਂਦੇ ਆਉਂਦੇ ਨੇ ਬਹੁਤ ਜ਼ਿਆਦਾ ਕਿ ਦੇਖੋ ਜੀ ਸਾਡੀਆਂ ਕੁੜੀਆਂ, ਸਾਨੂੰ ਤਾਂ ਪਤਾ ਵੀ ਨਹੀਂ ਸੀ ਇਹਦੇ ਲਿਵ ਇਨ ਰਿਲੇਸ਼ਨਸ਼ਿਪ ਕੀਤਾ, ਹੁਣ ਤੁਸੀਂ ਕੁਛ ਵੀ ਕਰੋ, ਮੁੰਡੇ ਨੂੰ ਫੜੋ, ਉਹਨੂੰ ਫੜਾਓ ਜਾਂ ਕੁਛ ਕਰੋ,
ਪਰ ਜਿਹੜੀ ਗੱਲ ਹੈ ਨਾ ਇਹ ਬਿਲਕੁਲ ਠੀਕ ਗੱਲ ਨਹੀਂ ਹੈਗੀ ਆ। आई डोंट थिंक दे अगर लिव इन रिलेशनशिप तुसी इन्ना ओपन एंडेड छड़ दिता है वैसटर्न कल्चर नूं अपना के इहदे नाल या तां फिर कुछ रिस्ट्रिक्शंस लगांदे कि द मैरिड मैन कैन नॉट हैव अ रिलेशनशिप आउटसाइड अंटिल अनलेस ही हैज डिवोर्स्ड हिज वाइफ, राइट। तो जिहड़े कुड़ियां ने वो भी कुछ अपना कोई कॉन्ट्रैक्ट साइन होवे कोई कुछ होवे उस बंदे दे नाल कि लिव इन रिलेशनशिप हैगा, पर अजकल बच्चे भी नहीं सुनते बिल्कुल भी। बड़ियां मैं लड़कियां देखियां ने उन्हां दे पेरेंट्स कंप्लेन करदे ने कि लड़कियां ने साडी गल नहीं मन्नी सानूं दस्सिया नहीं। पर एक कहावत हैगी ना कि जेड़े कहंदे कि बागां दे माली नहीं हुंदे, बाग उजड़ जांदे ने या लुट्टे जांदे ने, फिर बाद दे विच बड़ी मुश्किल आउंदी है सारी चीज़ां कुड़ियां दे लई। सो देयर इज लॉट ऑफ प्रॉब्लम्स फॉर दैट। मैम एक कमीशन कोल हैरासमेंट ऑफ मैन बाय वीमेन दे केसेस भी आंदे हैं जिथे आजकल एक ये भी बड़ा एक वड्डा एक फैक्टर है। यू आर राइट। सो हाउ मेनी केसेस हैव यू कम अक्रॉस ते तुसी ओनू किद्दां सोशली देखदे हो, किद्दां हैंडल करदे हो इन्हां नूं? हैरेसमेंट ऑफ बॉयज men स्पेशली वाइफ्स। मतलब आजकल बहुत चल पिया ना भी ਜਿਹੜੀ ਜਦੋਂ डिवोर्स हो जाता है या लॉ फेवर्स द गर्ल। यस यस या मेरे को बड़े लड़के ਇਹੋ ਜਿਹੇ ਹੈ ਜਿਹੜੇ ਕਿ क्वेश्चन ਪੁੱਛਦੇ ਨੇ कि why not a boys commission, you have only the women commission, right? But definitely you see what happens is ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਡਿਵੋਰਸ ਕੇਸ ਲਿਵ ਇਨ ਰਿਲੇਸ਼ਨਸ਼ਿਪ ਕੇਸਸ ਹੁੰਦੇ ਨੇ ਭੱਜ ਜਾਂਦੇ ਨੇ, ਮੈਰਿਡ ਮੈਨ ਭੱਜ ਜਾਂਦੇ ਨੇ, ਮੋਸਟਲੀ ਸਫਰਿੰਗ ਇਸ ਕਿਹਦੀ ਹੈ ਵਿਮਨ। ਚਾਹੇ ਲਿਵ ਇਨ ਰਿਲੇਸ਼ਨਸ਼ਿਪ ਲੈ ਲਓ, ਜੇ ਉਹਦੇ ਵਿੱਚੋਂ ਹਸਬੈਂਡ ਦੌੜ ਗਿਆ ਦ ਬॉयफ्रेंड ਦੌੜ ਗਿਆ, ਹੂ ਇਜ਼ ਦ ਵਿਕਟਮ? गर्ल। उन्हें तो विआह करा लेना जाके। द गर्ल सेज मेरी लाइफ पूरी खराब हो गई, मैं कितने जाके करावां। हसबैंड चला जाता, हू सफरर? वुमन, अगेन अ वाइफ, राइट। तो ये जिहड़ियां चीज़ां ने ना मैन डेफिनेटली कदी कदी मैनूं लगदा है कि डेफिनेटली गर्ल्स भी कदे कदे जास्ती कर जांदियां ने थोड़ी जी, तो उत्थे जिहड़ा है। पर मेरे कमीशन दे अंदर अगर मैनूं लगदा है कि ये जिहड़ा ये मुंडे दे उत्ते इनोसेंट है और गर्ल थोड़ी जास्ती कर रही है, तो डेफिनेटली आई डू नॉट टेक साइड ऑफ द गर्ल दैन। सो सिर्फ काउंसलिंग करते हो तुसी कि कोई लीगल या कोई पुलिस इंटरवेंशन भी हो सकती है ना केस? ਜਦੋਂ ਵੀ ਕੰਪਲੇਂਟ ਆਂਦੀ ਹੈ ਸਾਡੇ ਕੋਲ, ਸਭ ਤੋਂ ਪਹਿਲਾਂ ਅਸੀਂ ਉਸ ਏਰੀਆ ਦਾ ਜਿਹੜੇ ਜਿੱਥੇ ਉਹ ਰਹਿੰਦੇ ਨੇ ਉੱਥੇ ਅਸੀਂ ਪੁਲਿਸ ਸਟੇਸ਼ਨ 'ਚ ਮਾਰਕ ਕਰਦੇ ਹਾਂ ਉਹਨੂੰ, ਤੇ ਉਹ ਆਈਓ ਉਹਨਾਂ ਦਾ ਅਸਾਈਨ ਹੁੰਦਾ। ਫਿਰ ਦੋਵਾਂ ਪਾਸੇ ਦੀ ਉਹਨਾਂ ਨੂੰ ਬੁਲਾ ਕੇ ਸੁਣਿਆ ਜਾਂਦਾ, ਇਨਕੁਆਇਰੀ ਕਰਦੇ ਨੇ ਪੂਰੀ। ਦੈਨ ਦ ਆਈਓ ਕਮਸ ਅਲੋਂਗ ਵਿਦ ਦ ਬੋਥ ਪਾਰਟੀਜ਼ ਟੂ ਦ ਆਫਿਸ। ਉਸ ਰਿਪੋਰਟ ਦੇ ਆਧਾਰ ਦੇ ਉੱਤੇ ਫਿਰ ਦੇਖੀਦਾ ਕਿ ਅਸੀਂ ਇਹਨਾਂ ਦੀ ਕੋਈ ਕੰਪਰੋਮਾਈਜ਼ ਕਰਾ ਸਕੀਏ ਜਾਂ ਕਿ ਮਿਡ ਅੰਡਰਸਟੈਂਡਿੰਗ ਇਹਨਾਂ ਦੀ ਆਪਸ ਦੇ ਵਿੱਚ ਹੋ ਜਾਵੇ। ਜੇ ਨਹੀਂ ਹੁੰਦੀ ਹੈ then we send them for that you have to file for the divorce in the court, and court matters commission cannot interfere in that, right? But there are many girls who cannot afford the legal aid. So free legal aid तुसी provide करते हो? Yes, there is a LSA, okay, legal services authorities, so that we approach them and we get them the free counseling for the free aid for the legal also. Yes. मैम एक ਤੁਹਾਡੇ ਜਿਹੜਾ ਵਿਮਨ ਦੇ ਅੱਜਕੱਲ ਡਿਜ਼ਰਟਿੰਗ ਆਫ ਵਿਮਨ ਇਨ ਵਿਲੇजेस ਇੱਕ 올ਡ ਏਜ ਇੰਸਟੀਟਿਊਟਸ ਦਾ, ਉਹ ਵੀ ਤੁਹਾਡੇ ਕੋਲ ਕੋਈ ਇਦਾਂ ਦੇ ਕੇਸਿਸ ਜਿਹਦੇ ਇੱਥੇ ਘਰ ਦੇ ਪਰਿਵਾਰ ਦੇ ਛੱਡ ਦਿੰਦੇ ਆ ਵਿਮਨ ਨੂੰ, ਜਦੋਂ ਪ੍ਰਾਪਰਟੀ ਬੱਚਿਆਂ ਦੇ ਨਾਂ ਤੇ ਕਰਤੀ, ਜਿਹੜੇ 올ਡ ਵਿਮਨ ਨੇ ਉਹਨਾਂ ਨੂੰ ਵੀ ਉਹ ਵੀ ਉਸ ਤਰ੍ਹਾਂ ਦੇ ਲੋਟ ਆਫ ਕੇਸਿਸ ਕਮ, ਜਦੋਂ ਕਿ ਜਿਹੜੀਆਂ ਐਲਡਰਲੀ ਲੇਡੀਜ਼ ਹੁੰਦੀਆਂ ਨੇ ਰਹਿ ਜਾਂਦੀਆਂ ਨੇ ਲੇਡੀਜ਼ ਜਾਂ ਪੇਰੈਂਟਸ, ਬਹੁਤ ਪੇਰੈਂਟਸ ਆਉਂਦੇ ਆ, ਉਹਨਾਂ ਦਾ ਕੀ ਹੁੰਦਾ ਕਿ ਉਹਨਾਂ ਨੇ ਯੰਗ ਏਜ ਦੇ ਵਿੱਚ ਹੀ ਸਾਰੀ ਪ੍ਰਾਪਰਟੀ ਵਗੈਰਾ ਆਪਣੇ ਬੱਚਿਆਂ ਨੂੰ ਦੇ ਦਿੱਤੀ। आफ्टर मैरिज एंड ऑल दैट ਜਿਹੜੇ ਬੱਚੇ ਨੇ ਉਹ ओल्ड पेरेंट्स ਨੂੰ दे रिफ्यूज टू लुक आफ्टर them, ਤੇ ਉਹ ਜਿਹੜੇ ਪੇਰੈਂਟਸ ਨੇ ਵਿਚਾਰੇ ਜਾਂ ਤਾਂ ਗਲੀਆਂ 'ਚ ਫਿਰਦੇ ਨੇ ਜਾਂ ओल्ड ਹੋਮਸ ਚਲੇ ਜਾਂਦੇ ਨੇ, ਤੇ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਰਾਈਟਸ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਵੀ ਹੈਵ ਦ ਰਾਈਟਸ ਫॉर द ਮੇਨਟੇਨੈਂਸ where the old people can unconditionally take the maintenance from the children also. And I advise to all parents that ਤੁਸੀਂ ਇੰਨੀ ਛੇਤੀ ਸਾਰੀ ਪ੍ਰਾਪਰਟੀ ਸਾਰਾ ਪੈਸਾ ਬੱਚਿਆਂ ਦੇ ਹੱਥ 'ਚ ਨਹੀਂ ਦੇਣਾ ਚਾਹੀਦਾ। ਤੁਸੀਂ ਪੰਜਾਬ ਦੇ ਅੰਦਰ ਤੁਸੀਂ ਦੇਖਿਆ ਜਾਵੇ ਤੇ 올ਡ ਹੋਮਸ ਬਹੁਤ ਵੱਧਦੇ ਨੇ। ਹਾਂਜੀ, ਇੱਥੋਂ ਪਤਾ ਲੱਗਦਾ ਸਾਡੀ ਸੁਸਾਇਟੀ ਦੀ ਹੈਲਥ ਦਾ ਕਿ 올ਡ ਪੇਰੈਂਟਸ ਜਿਹੜੇ ਨੇ ਉਹ ਆਸ਼ਰਮ ਦੇ ਵਿੱਚ ਫਿਰਦੇ ਨੇ, ਤੇ ਜਿਹੜੇ ਬੱਚੇ ਨੇ ਉਹ ਵੀ ਆਪਸ 'ਚ ਲੜ ਕੇ ਜੋ ਪ੍ਰਾਪਰਟੀਜ਼ ਦੇ ਲਈ। ਤੇ ਪੰਜਾਬ ਦੇ ਮੈਂ ਇਹ ਦੇਖ ਰਹੀ ਹਾਂ ਕਿ ਸੁਸਾਇਟੀ ਦੇ ਅੰਦਰ ਨਾ ਜਿਹੜੀ ਲੈਵਲ ਆਫ ਲਾਈਕ ਸੈਟਿਸਫੈਕਸ਼ਨ ਕਹਿ ਲਓ ਜਾਂ ਕਿਉਰਿਓਸਿਟੀ ਵੀ ਹੁੰਦੀ ਹੈ ਬੜੀ ਲੋਕਾਂ ਨੂੰ ਹੁੰਦੀ ਹੈ ਕਿ ਮੈਨੂੰ ਦੇਣਗੇ ਪ੍ਰਾਪਰਟੀ ਬਾਅਦ ਚੋਂ ਕਿ ਨਹੀਂ ਦੇਣਗੇ, ਤੇ ਹੁਣੇ ਨਾਲ ਲਵਾ ਲਓ, ਜਿੰਦੇ ਨਾਲ ਲਵਾ ਲਓ। ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਵਧੀਆਂ ਜਾ ਰਹੀਆਂ। ਦਾ ਈਵਲ ਆਫ ਦ ਸੋਸਾਇਟੀ ਇਜ਼ ਰੀਅਲੀ ਦਿਸ, ਜਿਹੜੇ ਬੱਚੇ ਜਿਹੜੇ ਬਾਹਰ ਛੱਡ ਦਿੰਦੇ 올ਡ ਪੇਰੈਂਟਸ ਨੂੰ, ਐਂਡ ਦੈਨ ਜਿਹੜੀਆਂ ਲਿਵਨ ਵਾਲੀ ਹੈਗੀ ਬਹੁਤ ਜ਼ਿਆਦਾ ਹੈ, ਦੈਨ ਡਿਵੋਰਸ ਕੇਸਿਸ ਐਂਡ ਆਲ ਇਹ ਬਹੁਤ ਹੀ ਜ਼ਿਆਦਾ ਹੈ। ਮਗਰ ਅਪਾਰਟ ਫਰਮ ਆਲ ਦਿਸ there are many other cases like the sexual harassment at the workplace. That's the biggest again problem. I have got a lot of cases. Really? अच्छा जी, sexual harassment वो भी ਤੁਹਾਡੇ ਕੋਲ cases ਆ ਰਹੇ ਨੇ? बहुत। अच्छा जी।
So they come and they say कि साडी जी sexual harassment at the workplace is this. ਤੇ ਇਹ ਕਿਸ ਤਰ੍ਹਾਂ ਦੇ ਕਾਰਪੋਰੇਟ ਆਫਿਸਿਸ ਵਿੱਚ ਹੋ ਰਿਹਾ ਹੈ ਜਾਂ ਇਹ ਸਰਕਾਰੀ ਦਫ਼ਤਰਾਂ ਚ ਕਿਹੜੇ ਕਿਹੜੇ So ਦਫ਼ਤਰਾਂ let's not go on that. तो ਜਿਹੜੇ ਹੈਗੇ ਨੇ No, but it would be nice if you tell us. It would be nice if you tell us. Is it also in the government offices? ਸਰਕਾਰੀ ਦਫ਼ਤਰਾਂ ਚ ਵੀ ਹੈਗਾ? It is there. It is there. ਅੱਛਾ ਜੀ ਤੇ ਕਿਸ ਲੈਵਲ ਤੇ ਹੁੰਦਾ ਹੋਏਗਾ? If now the girl is says ਕਿ ਮੈਨੂੰ ਜੀ ਮੇਰੇ boss ਨੇ ਛੁੱਟੀ ਨਹੀਂ ਦਿੱਤੀ, ਮੈਨੂੰ ਬਹੁਤ ਜ਼ਰੂਰੀ ਛੁੱਟੀ ਚਾਹੀਦੀ ਸੀ, but the boss is asking for favors, ਜੇ ਤੁਮ ਛੁੱਟੀ ਜਾਣਾ ਠੀਕ ਹੈ, ਹੁਣ ਉਹ ਰਿਟਰਨ ਆਉਂਦਾ ਹੈ। ਅਸੀਂ ਫਿਰ ਦੇਖੋ ਹਰ ਕਾਰਪੋਰੇਟ ਦੇ ਅੰਦਰ ਜਾਂ ਹਰ ਸਰਕਾਰੀ ਅਫਸਰ ਕਿਤੇ ਵੀ ਇੱਕ ਸੈੱਲ ਬਣਾਇਆ ਜਾਂਦਾ ਹੈ ਜਿਹੜੇ ਕਿ ਗ੍ਰੀਵੈਂਸਸ ਸੈੱਲ ਆਫ ਦ ਸੈਕਸ਼ੂਅਲ ਹੈਰੈਸਮੈਂਟ ਜਿਹੜੀ ਹੁੰਦੀ ਹੈ, ਦੇ ਐਡਰੈਸ ਦੈਟ। That's right. We find out whether this corporate or this company has it or no. To my surprise, there were many which did not have it. Okay. They did not have it. So we have to penalize that because where would the girl go? ਉਸ ਤੋਂ ਬਾਅਦ ਅਸੀਂ ਬੁਲਾਉਂਦੇ ਵੀ ਹਾਂ, ਇਨਕੁਆਇਰੀ ਵੀ ਕਰਾਉਂਦੇ ਹਾਂ ਉਸ ਚੀਜ਼ ਦੀ, ਔਰ ਜੋ ਵੀ ਕੋਈ ਗਿਲਟੀ ਹੋਏਗਾ ਅਸੀਂ ਉਹਨੂੰ ਸਜ਼ਾ ਵੀ ਦਿਵਾਉਂਦੇ ਹਾਂ। मैंने कुछ इंस्ट्रक्शंस भी देती हैं कि बिकॉज मैंने याद है पिछली गवर्नमेंट ਦੇ ਵਿੱਚ ਕੁਝ ਐਪੀਸੋਡ ਆਏ ਸੀ, ਮਿਨਿਸਟਰ ਦੀ ਇਨਵੋਲਵਮੈਂਟ ਆਈ ਸੀ, ਕੁਝ ਆਇਆ ਸੀ, ਤੇ ਉਦੋਂ ਦੀ ਕਮਿਸ਼ਨ ਦ ਪ੍ਰੀਵੀਅਸ ਚੇਅਰਪਰਸਨ ਹੈਡ ਰਿਟਨ ਟੂ ਆਲ ਦੀ ਚੀਫ ਮਿਨਿਸਟਰ ਟੂ make those committees which are you referring. I'm also doing the same thing. Okay, because we have now come across cases. So far I've got about I think 10 cases like that. Achha. In 3 months you've got 10 cases of sexual harassment In at workplace. Not in government, both private and government. Achha. Like ਇੱਥੇ ਹੁਣ ਮੁਹਾਲੀ ਦੇ ਵਿੱਚ ਇੱਕ ਇਮੀਗ੍ਰੇਸ਼ਨ ਕੋਈ ਸੈਂਟਰ ਸੀਗਾ, ਅੱਛਾ ਜੀ, ਉੱਥੋਂ ਦੀ ਵੀ ਇੱਕ ਲੜਕੀ ਮੇਰੇ ਕੋਲ ਆਈ ਸੀਗੀ ਕਿ ਮੈਨੂੰ ਮੇਰਾ ਬੌਸ ਮੈਨੂੰ ਇਹ ਬਹੁਤ ਤੰਗ ਕਰ ਰਿਹਾ, ਸੈਕਸ਼ੂਅਲ ਹੈਰੈਸਮੈਂਟ ਐਂਡ ਆਲ ਦੈਟ। So I called that man also. I called the police inquiry ਵਗੈਰਾ ਕਰਾਉਣ ਤੋਂ ਬਾਅਦ ਕੁੜੀ ਨੂੰ ਵੀ ਬੁਲਾਇਆ, but obviously the man says I have not said anything. So evidences ਇਹਨਾਂ ਚੀਜ਼ਾਂ ਦੇ ਅੰਦਰ ਨਾ ਘੱਟ ਹੁੰਦੇ ਨੇ। So it's one word against the other. The girl says yes and the man says no, I have not done it, right? So ਇਹੋ ਜਿਹੀ ਜਿਹੜੀ ਚੀਜ਼ਾਂ ਨੇ, ਪਰ ਹੁਣ ਛੋਟਾ ਇਮੀਗ੍ਰੇਸ਼ਨ ਸੈਂਟਰ ਹੈਗਾ, ਉਹਦੇ ਵਿੱਚ ਮੈਨੇਜਮੈਂਟ ਹੀ 4-5 ਬੰਦਿਆਂ ਦੀ ਹੈਗੀ ਹੈ, ਤੇ ਉਹਨੇ ਕੀ ਸੈੱਲ ਬਣਾਉਣਾ ਕਿ ਹੈਰੈਸਮੈਂਟ ਦੇ ਲਈ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਨਾ, ਆਈ ਐਮ ਟੇਕਿੰਗ ਅ ਨੋਟ ਆਫ ਐਵਰੀਥਿੰਗ and we are bringing definitely the points where the implementation of such policies should be there in all the offices. ਉਹ ਮਤਲਬ ਆਪਰੇਟਿੰਗ ਪ੍ਰੋਸੀਜਰ ਕੋਈ Operating procedure ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ ਕਿ ਬਿਲਕੁਲ ਬਿਲਕੁਲ so we are doing that. ਇੱਕ ਅਕਸਰ ਬੋਲਿਆ ਜਾਂਦਾ ਕਮਿਸ਼ਨ ਬਾਰੇ ਕਿ ਇਟਸ ਅ ਟੂਥਲੈਸ ਕਮਿਸ਼ਨ, ਤੁਹਾਡੇ ਕੋਲ ਪਾਵਰਸ ਨਹੀਂ FIR ਰਜਿਸਟਰ ਕਰਨ ਦੀਆਂ, ਤੁਹਾਨੂੰ ਪੁਲਿਸ ਨੂੰ ਲਿਖਣਾ ਪੈਂਦਾ। ਇਹ ਪਿਛਲੀ ਸਰਕਾਰ 'ਚ ਵੀ ਬੜਾ ਉੱਚਾ ਸੀ। ਹੈਵ ਯੂ ਟੇਕਨ ਅਪ ਇਹਦੇ ਬਾਰੇ ਵੀ ਸਾਨੂੰ ਹੋਰ ਪਾਵਰ ਦਿੱਤੇ ਤੁਹਾਡੇ ਕੋਲ, ਮਤਲਬ ਕੋਈ ਕਮਿਸ਼ਨ ਦੀ empowerment ਵਾਸਤੇ, empowerment ਕਿਉਂਕਿ ਜਿੱਥੇ ਤੁਸੀਂ ਆਪਣੇ ਆਪ ਐਕਸ਼ਨ ਲੈ, you should not be dependent on the police. No, it's not like that. I will not say it is toothless at all. In my, I would say a week back only, I saw that the girl, the case was such that the police was not doing much about it. So they were putting a pressure on the girl family कि तुसी compromise कर लो. So they were not arresting the boy. So when the family came to me, I called the IO, I called the report and all that, and I knew that yes, there is something wrong in that. The police is not doing it. So I ordered that you have to make an FIR and report it to me. We did it. Okay. Yes. But this would be a one-off case. Generally, so जो cases मेरे कोल आउणगे, ठीक है ना, जो मेरे कोल cases आउणगे and I feel कि ਇਹਦੇ ਅੰਦਰ ਮੈਨੂੰ ਲੱਗਦਾ ਹੈ ਕਿ ਪੁਲਿਸ ਦਾ ਰੋਲ ਜਿਹੜਾ ਡਾਊਟਫੁਲ ਹੈ, I will definitely write. I will call the SSP also. If needed, I write to the DGP also that this has to be corrected. Okay, and if this does not get corrected, I would approach the higher authority also. But so far ਮੇਰੇ 'ਚ ਇੰਨੀ ਕੋਈ ਇਹੋ ਜਿਹੀ ਕੇਸ ਨਹੀਂ ਆਇਆ ਕਿ ਮੈਨੂੰ ਇੰਨੀ ਤੱਕ ਜਾਣਾ ਪਵੇ ਕਿ ਮੈਂ CM ਨੂੰ ਲਿਖਾਂ ਜਾਂ ਕਿਸੇ ਹੋਰ ਨੂੰ ਲਿਖਾਂ। 2 ਅਰੈਸਟ ਜਿਹੜੀਆਂ ਨੇ ਉਹ ਮੈਂ ਕਰਵਾਈਆਂ ਨੇ ਔਰ ਉਹ ਬੜੇ ਆਰਾਮ ਨਾਲ ਕੀਤੀਆਂ ਗਈਆਂ ਨੇ। ਇੱਥੇ ਜੀ ਹੁਣ ਕਿਉਂਕਿ ਪੰਜਾਬ ਵਿੱਚ ਜਿਹੜੀ ਪ੍ਰੋਪਰਟੀ ਹੈਗੀ ਆ, ਬੇਸ਼ੱਕ ਐਗਰੀਕਲਚਰਲ ਲੈਂਡ ਹੋਵੇ ਜਾਂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜੋ ਵੀ ਹੋਵੇ, ਉਹਦੀ ਪ੍ਰਾਈਸਿਸ ਬਹੁਤ ਵੱਧ ਗਈਆਂ ਨੇ। women have also started demanding a share in the parents' property, ਪਰ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ, ਹੈ ਨਾ। ਤਾਂ ਇਹੋ ਜਿਹੇ ਵੀ ਕੇਸਿਸ ਤੁਹਾਡੇ ਕੋਲ ਆਉਂਦੇ ਨੇ? No. I think one odd case had come from Faridkot, I remember, where the father has passed away. Mother is there definitely, and there are 2 brothers and 3 sisters. कि सानू property ਦਾ ਹਿੱਸਾ ਨਹੀਂ ਮਿਲ ਰਿਹਾ, ਇਹ ਦੇ ਨਹੀਂ ਰਹੇ, ਸਾਨੂੰ ਘਰੇ ਨਹੀਂ ਵੜਨ ਦੇ ਰਹੇ. But this matter gets resolved in the court, not in the commission. Okay. Not in the commission. The property matters are not handled by the commission. So do you also get complaints of domestic violence? Lot of them. ਡੋਮੈਸਟਿਕ ਵਾਇਲੈਂਸ 'ਚ ਕੀ ਹੁੰਦਾ ਨਾ ਕਿ ਸਾਡਾ ਉਹੀ ਗੱਲ ਆ ਜਾਂਦੀ ਹੈ ਕਿ ਸੁਸਾਇਟੀ ਦੇ ਵਿੱਚ ਜਾਂ ਸੋਸ਼ਲ ਸਟਿਗਮਾ ਕਰਕੇ
ਬੋਲਦੀਆਂ ਨਹੀਂ ਲੜਕੀਆਂ, ਘਰੇ ਰੋ ਪਿੱਟ ਕੇ ਕੁਝ ਕਰਕੇ। ਜਦੋਂ ਪਾਣੀ ਬਹੁਤ ਹੀ ਸਿਰ ਤੋਂ ਲੰਘ ਜਾਂਦਾ ਫਿਰ ਕੁੜੀਆਂ ਦੇ ਪੇਰੈਂਟਸ ਆਉਂਦੇ ਨੇ ਕਿ ਸਾਡੀ ਬੇਟੀ ਦੇ ਨਾਲ ਜੀ ਡੋਮੈਸਟਿਕ ਵਾਇਲੈਂਸ ਬਹੁਤ ਹੋ ਰਹੀ ਹੈ। ਜਾਂ ਇਹੋ ਜਿਹੇ ਵੀ ਕੇਸਿਸ ਆਉਂਦੇ ਨੇ, ਮਤਲਬ ਮੈਂ ਕੱਲ ਪਰਸੋਂ ਹੀ ਆਇਆ ਸੀ, ਓਲਡ ਦ ਮੈਰਿਜ 30 ਇਅਰਸ ਦੀ ਮੈਰਿਜ ਹੋ ਗਈ ਹੈ, 2 ਬੱਚੇ ਮੈਰਿਡ ਵੀ ਹੋ ਗਏ ਨੇ। ਦੇਰ ਇਜ਼ ਵਨ ਸਨ ਹੂ ਇਜ਼ ਅਨਮੈਰਿਡ ਐਂਡ ਆਲ, ਹੀ ਸੇਜ਼ ਮਾਈ ਮਦਰ ਇਜ਼ ਹੈਰਸਡ ਬਾਈ ਮਾਈ ਫਾਦਰ। ਰੋਜ਼ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਇਹ ਸਾਰਾ ਕੁਝ ਕਰਦਾ ਹੈ, ਠੀਕ ਹੈ। ਸੋ ਹੀ ਬ੍ਰੌਟ ਹਿਜ਼ ਮਦਰ to the commission ਕਿ ਸਾਨੂੰ ਕੁਝ ਕਰਾ ਕੇ ਦਿਓ ਇਹਦਾ। ਸੋ ਵੀ put up a complaint for the to inquire about the whole thing। ਉਹਨੂੰ ਵੀ ਬੁਲਾਇਆ, ਬੰਦੇ ਨੂੰ ਵੀ ਬੁਲਾਇਆ, ਵਾਈਫ ਨੂੰ ਵੀ ਬੁਲਾਇਆ, ਪਰ ਉਹ ਜਿਹੜਾ ਹਸਬੈਂਡ ਹੈਗਾ ਉਹ ਇਸ ਅੰਡਰ ਦੇ ਨਿਕਲ ਜਾਂਦਾ ਕਿ ਜੀ ਮੈਂ ਸ਼ਾਇਦ ਮੈਂਟਲੀ ਠੀਕ ਨਹੀਂ ਹਾਂ, ਮੈਂ ਰਿਟਾਇਰਡ ਹਾਂ, ਮੈਂ ਸ਼ਰਾਬ ਪੀ ਲੈਣਾ। ਫਿਰ ਉਹਨੂੰ ਕਹਿੰਦੇ ਕਰੈਕਸ਼ਨ ਸੈਂਟਰ ਜਾਓ ਨਾ ਤੁਸੀਂ, ਫਿਰ ਉਹਨੂੰ ਮੈਡੀਕਲ ਹੈਲਪ ਦਿਲਾਣੀ ਚਾਹੀਦੀ ਹੈ। ਸੋ ਵੀ ਡੂ ਦੈਟ ਆਲਸੋ। ਦੇਰ ਆਰ ਕੇਸਿਸ ਵਿਚ ਆਰ ਵੈਰੀ ਵੈਰੀ ਵਾਇਲੈਂਟ ਆਲਸੋ ਕਿ ਇੰਨੀ ਜ਼ਿਆਦਾ ਵਾਇਲੈਂਸ ਹੈ ਘਰ ਦੇ ਅੰਦਰ, ਉਸ ਨੂੰ ਬੁਲਾ ਕੇ ਅਲੱਗ ਵੀ ਕਰਵਾਇਆ ਜਾਂਦਾ ਕਿ ਜੇ ਹਸਬੈਂਡ ਐਂਡ ਵਾਈਫ ਨਹੀਂ ਰਹਿ ਸਕਦੇ ਇਕੱਠੇ, ਤੁਸੀਂ ਇਹਨੂੰ ਅਲੱਗ ਕਰੋ ਤੁਸੀਂ ਆਪਣੇ ਆਪ ਨੂੰ, ਪਰ ਵਾਈਫ ਨੂੰ ਪੂਰਾ ਮੇਨਟੇਨੈਂਸ ਵੀ ਦੇਣੀ ਪਏਗੀ, ਘਰ ਵੀ ਦੇਣਾ ਪਏਗਾ, ਬੱਚਿਆਂ ਨੂੰ ਰਹਿਣ ਦੀ ਜਗ੍ਹਾ ਵੀ ਦੇਣੀ ਪਏਗੀ। ਸੋ ਡੋਮੈਸਟਿਕ ਵਾਇਲੈਂਸ ਕੇਸਿਸ ਬਹੁਤ ਜ਼ਿਆਦਾ ਨੇ। ਯੈਸਟਰਡੇ ਹਾਂਜੀ ਸੌਰੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੇਨਟੇਨੈਂਸ ਦੇਣ ਦੀ, ਆਰ men in Punjab willing to give maintenance to their to the wives with whom they do not get along? ਜਦੋਂ ਡਿਸਪਿਊਟ ਪੈ ਜਾਂਦਾ ਹੈ, ਮੈਰਿਟਲ ਡਿਸਕॉर्ड ਹੋ ਗਿਆ, ਤੇ ਉਹ ਕੀ ਦੇਣਾ ਆਪਣੀ ਮੇਨਟੇਨੈਂਸ ਜਾਂ ਪ੍ਰੋਪਰ ਮੇਨਟੇਨੈਂਸ, ਪ੍ਰੋਪਰ ਰਹਿਣ ਦੀ ਜਗ੍ਹਾ ਦੇਣ ਨੂੰ, ਪ੍ਰਾਪਰਟੀ ਦਾ ਹਿੱਸਾ ਦੇਣ ਨੂੰ ਤਿਆਰ ਹੁੰਦੇ ਨੇ? ਦੇਖੋ ਉਹ ਤਾਂ ਗੱਲ ਹੁੰਦੀ ਹੈ ਵੀ ਜਦ ਤੱਕ ਪ੍ਰੈਸ਼ਰ ਨਾ ਪਾਵੇ ਨਾ ਕਿ ਹਾਂ ਵੀ ਤੁਹਾਨੂੰ ਡਿਵੋਰਸ ਦੇਣਾ, ਕੋਰਟ 'ਤੇ ਚਲੇ ਗਏ, ਫਿਰ ਤਾਂ ਦੇਣਾ ਹੀ ਦੇਣਾ ਹੈ। ਮਗਰ ਥੋੜਾ ਬਹੁਤ ਕਰਦੇ ਰਹਿੰਦੇ ਨੇ ਕਿ ਚਲੋ ਅਸੀਂ 10,000 ਦੇ ਦਈਏ, 20,000 ਦੇ ਦਈਏ, ਐਂਡ ਦ ਲੇਡੀ ਸੇਜ਼ ਆਈ ਕੈਨ ਨਾਟ ਲੁੱਕ ਆਫਟਰ ਮਾਈ ਚਿਲਡਰਨ, ਰਨ ਮਾਈ ਹਾਊਸ ਇਨ ਦਿਸ 20,000 ਰੁਪੀਜ਼। ਪਰ ਘੱਟ ਹੁੰਦਾ ਹੈ ਕਿ ਕਰਦੇ ਨੇ ਇੱਦਾਂ ਜ਼ਿਆਦਾ। ਐਂਡ ਇੱਕ ਬੜੀ ਅਜੀਬ ਜੀ ਸਾਡੇ ਕੋਲ ਇੱਕ ਕੇਸਿਸ ਵੀ ਆਉਂਦੇ ਨੇ ਜਿਹਦੇ ਅੰਦਰ ਕਿ ਘਰ ਦੇ ਅੰਦਰ ਹੀ ਇੰਨੀ ਜ਼ਿਆਦਾ ਆਈ ਵੁੱਡ ਸੇ ਦੇਰ ਇਜ਼ ਹੁਣੇ ਕੱਲ੍ਹ ਹੀ ਪਰਸੋਂ ਹੀ ਆ ਕੇ ਗਏ ਮੇਰੇ ਕੋਲ ਮਦਰ ਐਂਡ ਡਾਟਰ। ਸੋ ਦ ਡਾਟਰ ਸੇਜ਼ ਕਿ ਜੀ ਮੈਂ ਆਪਣੇ ਫਾਦਰ ਦੇ ਅਗੇਂਸਟ ਕੰਪਲੇਨ ਲਿਖਵਾਉਣੀ ਆ। ਪੁਲਿਸ ਕੋਲ ਗਈ ਸੀ ਮੈਂ ਲਿਖਵਾਉਣ ਦੇ ਲਈ, ਉਹਨਾਂ ਨੇ ਨਹੀਂ ਲਿਖੀ, ਔਰ ਉਹ ਕਹਿੰਦੇ ਨਹੀਂ ਘਰ ਦਾ ਮਾਮਲਾ ਘਰ ਜਾ ਕੇ ਸਮਝਾਓ ਤੁਸੀਂ। ਤੇ ਮੈਂ ਕਿਹਾ ਪੁੱਛਿਆ ਵੀ, ਮੈਂ ਕਿਹਾ ਹੋਇਆ ਕੀ ਹੈ? तो द मदर ਦੇ ਸੱਟਾ ਸੁੱਟਾਂ ਕਾਫੀ ਲੱਗਿਆ ਸੀ। ਸ਼ੀ ਸੈਡ ਕਿ ਮੇਰੇ ਫਾਦਰ ਨੇ ਮੇਰੀ ਮਦਰ ਨੂੰ ਬਹੁਤ ਕੁੱਟਿਆ ਆ, ਬਟ ਮੈਂ ਆਪਣੇ ਫਾਦਰ ਨਾਲ ਨਹੀਂ ਰਹਿਣਾ। ਮੈਂ ਕਿਹਾ ਤੁਸੀਂ ਤਾਂ ਬੱਚੇ ਵੱਡੀ ਹੈਗੀ ਆ, ਤੂੰ ਕੁੜੀ, ਆਈ ਥਿੰਕ ਸ਼ੀ ਵਾਜ਼ 19 ਈਅਰ ਓਲਡ। ਅੱਛਾ ਤੁਸੀਂ ਸਮਝਾ ਸਕਦੇ ਹੋ ਆਪਣੇ ਫਾਦਰ ਨੂੰ? ਸੋ ਸ਼ੀ ਸੇਜ਼ ਨੋ, ਹੀ ਸੈਕਚੁਅਲੀ ਹੈਰਸਸ ਮੀ ਇਨ ਦ ਹਾਊਸ। ਸੋ ਯੂ ਮੀਨ ਇਨਸੈਸਟਸ ਰਿਲੇਸ਼ਨਸ਼ਿਪਸ ਵੀ ਬਹੁਤ ਹੋ ਰਹੇ ਨੇ। ਔਰ ਮੈਂ ਉਸ ਲੜਕੀ ਨੂੰ ਮੈਂ ਪੁੱਛਿਆ, ਉਹਨੂੰ ਕੁਝ ਪਿਆਰ ਨਾਲ ਵੀ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਰੋਣ ਲੱਗ ਗਈ। तो शी सेज मैं दस भी नहीं सकती, आई एम सफरिंग फ्रॉम दिस लास्ट 4 to 5 years। मेरे चाचे ने भी ये किया सीगा, पर जो उस कुड़ी का तो विआह हो गया वो छुटकारा पा गई, पर मैं फस गई हाँ। पर वो इन्ना रो रही सी, कंब रही सी, दस नहीं सी सक रही भी की है ना। कहते ना यहो जी जो गल्लां हुंदियां ने ना, किसी ने सामने अपने राज खोलने ते दिल नूं खोलना वो बहुत तकलीफ दिंदा है। कहते गमां दे जंगलां च भी जदों फिरो ते कोयल दी भी कूक होवे ना, वो भी तकलीफ दिंदी है। ਤੇ ਫਿਰ ਜੇ ਹਰ ਰੋਜ਼ ਧੀਆਂ ਦੀ ਇਦਾਂ ਅਸਮਤ ਲੁੱਟੀ ਜਾਵੇ ਤੇ ਹਾਕਮ ਚੁੱਪ ਰਵੇ ਤੇ ਅੱਖਾਂ ਨਾ ਖੋਲੇ, ਉਹ ਵੀ ਬੜੀ ਤਕਲੀਫ ਦਿੰਦਾ। ਫਿਰ ਇਹੋ ਜਿਹੇ ਕੇਸਿਸ ਤੁਸੀਂ ਕਿਵੇਂ ਇੰਟਰਵੀਨ ਕਰਦੇ ਹੋ? ਮੀਡੀਏਸ਼ਨ ਕਰਾਉਂਦੇ ਹੋ? No mediation in this, no mediation in this. So we tell the police stations to register a case and arrest the man immediately. Yeah, we do that. But to the girl ਕਾਉਂਸਲਿੰਗ ਹੁੰਦੀ ਹੈ, ਕਿਉਂਕਿ ਬੱਚੇ ਨੇ ਇੰਪ੍ਰੈਸ਼ਨੇਬਲ ਏਜ ਹੈ, ਉਹਨਾਂ ਦੀ ਸਾਰੀ ਜ਼ਿੰਦਗੀ ਅੱਗੇ ਪਈ ਆ, ਉਹਨਾਂ ਦਾ ਇਸ ਤਰੀਕੇ ਦਾ ਨਜ਼ਰੀਆ ਲਾਈਫ ਦੇ ਲਈ ਇੰਨਾ ਜ਼ਿਆਦਾ ਖਰਾਬ ਹੋ ਜਾਂਦਾ ਆ, ਤੇ ਉਹਨਾਂ ਨੂੰ ਫਿਰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਮੈਮ ਤੁਹਾਡੇ ਇਸ ਵੇਲੇ ਪੈਂਡੈਂਸੀ ਕੇਸਿਸ ਦੀ ਕਿੰਨੀ ਹੈਗੀ ਹੈ ਕਮਿਸ਼ਨ 'ਚ? ਪਿੱਛੋਂ ਵੀ ਬੈਕਲੌਗ ਮਿਲਿਆ ਹੋਣਾ ਤੁਹਾਨੂੰ? ਬਹੁਤ ਜ਼ਿਆਦਾ ਹੈ। ਕਿੰਨੀ ਮੈਮ, ਕੋਈ ਰਫ ਫਿਗਰ ਹੈਗੀ ਹੈ? ਕੋਈ ਫਿਗਰ ਦੱਸ ਸਕਦੇ ਹੋ? See, the commission was closed, not very active for at least 2 years, I think. Yeah. So lots of cases are pending in that. We try to do that also, but currently also, I think in a day I get about 20 to 25 cases. Okay, but I believe you have a shortage of staff also. We definitely are shortage of staff. When are we getting staff? I have already had 2 meetings with the minister also. Okay. And with the secretary also. Okay. So very soon yesterday I got a letter that the clerks have been already allotted to us. So I think very soon we are doing that, but I am also going to now put up an ad for volunteers also. Okay. And for interns also. Because when the interns will come, they will learn also a lot. And there are volunteers, very good volunteers, social activists are there,
some legal people who are going to give a free legal services also. So we are going to make some cells, like district wise also. We'll make the societies where ਪੜ੍ਹੇ ਲਿਖੇ ਬੰਦੇ ਵੀ ਉਹਦੇ 'ਚ ਹੈਗੇ ਨੇ, ਲੇਖਕ ਹੈਗੇ ਨੇ, ਸੋਸ਼ਲ ਰਿਫਾਰਮਰਸ ਹੈਗੇ ਨੇ, ਐਕਟਿਵਿਸਟ ਹੈਗੇ ਨੇ, ਤਾਂ ਕਿ ਜਿਹੜੇ ਨੇ ਉਹ ਵੀ ਇੱਕ ਸੈਲਸ ਬਣਾਏ ਜਾਣ, ਕਾਉਂਸਲਿੰਗ ਸੈਲਸ ਫॉर ਪੀਪਲ. ਸੋ ਵੀਲ ਹੈਵ ਦ ਮੈਂਬਰਸ ਆਲਸੋ, ਜਿਹੜੇ ਕਿ ਹੁਣ ਜਿੱਦਾਂ ਕਿਸੇ ਨੇ ਅਗਰ ਕੰਪਲੇਨ ਦੇਣੀ ਹੈ ਅੰਮ੍ਰਿਤਸਰ ਤੋਂ, ਆਲ ਦ ਵੇ ਦੇ ਹੈਵ ਟੂ ਕਮ ਹੇਅਰ. ਕਿਸੇ ਨੇ ਫਾਜ਼ਿਲਕਾ ਤੋਂ ਦੇਣੀ ਹੈ, ਆਲ ਦ ਵੇ ਦੇ ਹੈਵ ਟੂ ਕਮ ਹੇਅਰ. ਸੋ ਸ਼ਾਰਟਲੀ ਵੀਲ ਹੈਵ ਆਲ ਦਿਸ ਆਲਸੋ. ਮੈਂਬਰਸ ਪੂਰੇ ਹੈ ਤੁਹਾਡੇ? ਮੈਂਬਰਸ ਹੋ ਰਹਿਣਗੇ. So will you be fixing days? ਤੁਸੀਂ days fix ਕਰੋਗੇ ਵੀ ਇਸ ਦਿਨ ਆਪਾਂ ਮਾਲਵੇ ਦੇ ਇਸ ਹਿੱਸੇ 'ਚ ਹੋਵਾਂਗੇ where people can come and meet you, or you'll be moving there, or you'll set up separate benches? No, we'll set up the benches also. Oh, that's but nice. Yes, in my commission, like courts, local ਅਦਾਲਤ ਜਿਹੜੀ ਲੱਗਦੀ ਹੈ, ਇਹ ਅਸੀਂ twice a week ਲਗਾਣੀ ਹੈ ਹੁਣ. ਅੱਛਾ ਜੀ, ਠੀਕ ਹੈ. ਇਹ ਇੱਥੇ ਹੈਡ ਆਫਿਸ ਹੀ ਹੁੰਦੇ ਆ? ਹੈਡ ਆਫਿਸ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਹੀ. ਪਰ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ, ਕਿਉਂਕਿ ਅਸੀਂ ਸੈਟਅਪ ਕਰਾਂਗੇ ਤੇ ਉੱਥੇ ਉਹ ਅਪਰੋਚ ਕਰ ਸਕਦੇ ਨੇ. ਮਗਰ ਐਦਾਂ ਲੱਗਦਾ ਕਿ ਜਦੋਂ ਅਪਰੋਚ ਹੋਣਗੇ, ਜਿਹੜੇ ਵੀ ਕੇਸਿਸ ਹੋਣਗੇ, ਆਈ ਵਿਲ ਡੈਫੀਨਿਟਲੀ ਲੁੱਕ ਇਨਟੂ ਇਟ ਫਰਸਟ, ਦੈਟ ਵਾਟ ਡੂ ਵੀ ਹੈਵ ਟੂ ਡੂ, ਹਾਊ ਡੂ ਵੀ ਗੋ ਅਬਾਊਟ ਇਟ, ਕੰਸਲਟ ਵਿਦ ਆਵਰ ਮੈਂਬਰਸ, then we are going to provide the full aid to that. ਤੁਸੀਂ ਵੀ ਬਾਹਰ ਜਾਓਗੇ? ਬਿਲਕੁਲ ਜੀ, ਬਿਲਕੁਲ ਜੀ, ਮੈਮ ਨੇ ਪੁੱਛਿਆ ਰਿਸ਼ਕਾ ਜੀ, ਬਿਲਕੁਲ ਜੀ. all districts I'll take a round. ਹੁਣ ਜਿੱਦਾਂ ਜੇਲ੍ਹ ਦੇ ਰਾਉਂਡਸ ਹੋਏ ਸੀ, now I'll start having the meetings also, and we'll set up those committees also. So during the ਜਦੋਂ ਲੋਕ ਸਭਾ ਦੇ ਇਲੈਕਸ਼ਨ ਹੋਏ, ਅਸੀਂ ਕਾਫੀ ਟੂਰ ਕਰ ਰਹੇ ਸੀ, we found a lot of problem of women taking to drugs. ਬਹੁਤ ਜ਼ਿਆਦਾ women 'ਚ ਵੀ drug addiction ਹੈਗੀ ਆ. ਉਹਦੇ ਨਾਲ there are lots of cases ਜਿੱਥੇ women have also started indulging in small petty thefts, because ਪੈਸਾ ਚਾਹੀਦਾ ਹੈ drugs ਖਰੀਦਣ ਵਾਸਤੇ. ਤੇ ਇਹ ਜਿਹੜੀ women drug addicts ਨੇ, ਇਹਨਾਂ ਵਾਸਤੇ ਵੀ ਕੁਝ women commission ਕਰ ਰਹੀ ਹੈ ਜੀ? ਦੇਖੋ, ਜਦੋਂ ਮੈਂ ਜੇਲ੍ਹ 'ਚ ਗਈ ਸੀ ਨਾ, ਉਦੋਂ 'ਚ ਮੈਂ ਬੜੇ ਕੇਸਿਸ ਦੇਖੇ ਸੀ, ਜਿਹੜੀ NDPS ਐਕਟ ਦੇ ਅੰਦਰ ਵੀ women ਜਿਹੜੀਆਂ ਸੀ, ਦੇ ਵਰ ਦ ਇਨਮੇਟਸ over there. ਹੁੰਦਾ ਕੀ ਹੈ ਕਿ ਹੁਣ ਜਿਹੜੇ ਡਰੱਗਸ ਦੇ ਕਰਕੇ ਮੁੰਡੇ ਦੀ ਡੈਥ ਹੋ ਗਈ, ਹਸਬੈਂਡ ਦੀ ਡੈਥ ਹੋ ਗਈ, ਜਿਹੜੀ ਔਰਤ ਹੈ ਉਹਨੂੰ ਈਜ਼ੀ ਵੇ ਲੱਭਦਾ ਆ ਕਿ ਸ਼ਾਇਦ ਮੈਂ ਡਰੱਗਸ ਵੇਚ ਲਵਾਂ, ਪੈਸੇ ਬਣ ਜਾਣਗੇ ਮੇਰੇ, ਥੋੜੇ ਜ਼ਿਆਦਾ ਬਣ ਜਾਣਗੇ. ਸੋ ਦੇਵਰ ਕੇਸਿਸ ਆਫ NDPS ਐਕਟ ਦੇ ਅੰਦਰ ਕਿ ਵਿਮਨ ਵਧਿਆ. ਪਰ ਕੰਜ਼ੰਪਸ਼ਨ ਆਫ ਦਿਸ ਡਰੱਗਸ ਐਂਡ ਨਾਰਕੋਟਿਕਸ ਇਜ਼ ਕਿ ਜਿਹੜੀਆਂ ਗਰਲਸ ਨੇ ਉਹ ਜੇਲ੍ਹ 'ਚ ਨਹੀਂ ਆ, ਉਹ ਕਰੈਕਸ਼ਨ ਸੈਂਟਰਸ 'ਚ ਨੇ. ਅੱਛਾ ਜੀ. ਜਿਹੜੀਆਂ ਕਿ ਡੀ ਐਡਿਕਸ਼ਨ ਸੈਂਟਰਸ ਨੇ, ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਤੇ ਦੇ ਨੀਡ ਟੂ ਬੀ ਕਲੀਨਡ ਫਰੋਮ ਆਲ ਦਿਸ. ਉਹ ਜੇਲ੍ਹ 'ਚ ਇੰਨਾ ਉਹਨਾਂ ਦਾ ਨਹੀਂ ਹੈ. ਜੇਲ੍ਹ 'ਚ ਉਹੀ ਇਨਮੇਟ ਸੀਗੇ ਜਿਹੜੇ ਕਿ ਵੇਚਣ ਦੇ ਐਕਟ ਥੱਲੇ ਆਏ ਸੀ, NDPS ਐਕਟ ਦੇ ਅੰਦਰ. Thank you very much, ma'am. It's been a pleasure talking to you. Yeah. So viewers, continue to watch our show Decode Punjab and continue to follow us on all our social media handles. Thank you very much for watching.